1925 ਦੇ ਵਿੱਚ ਸ਼੍ਰੋਮਣੀ ਕਮੇਟੀ ਬਣੀ ਹੈ। ਇਹ ਦੁਨੀਆ ਦੇ ਵਿੱਚ ਪਹਿਲੀ ਸੰਸਥਾ ਹੈ ਔਰ ਪਹਿਲੀ ਕੌਮ ਹੈ ਜਿਨ੍ਹਾਂ ਨੇ ਹਰ ਸਿੱਖ ਨੂੰ ਇਹ ਰਾਈਟ ਲੈ ਕੇ ਦਿੱਤਾ ਹੈ ਕਿ ਉਹ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਚੋਣ ਵਿੱਚ ਹਿੱਸਾ ਲੈ ਸਕਦਾ ਹੈ, ਚੁਣ ਸਕਦਾ ਹੈ ਤੇ ਚੁਣਿਆ ਜਾ ਸਕਦਾ ਹੈ। ਸਾਡੀਆਂ ਕੇਵਲ ਤੇ ਕੇਵਲ 8 ਚੋਣਾਂ ਹੋਈਆਂ ਨੇ। 1965 ਤੋਂ ਬਾਅਦ ਤੁਸੀਂ ਵੇਖੋ 79 14 ਸਾਲ, 79 ਤੋਂ ਬਾਅਦ 96 17 ਸਾਲ, फिर 2004, फिर 2011 ਤੇ ਹੁਣ ਕੋਈ ਇਲੈਕਸ਼ਨ ਨਹੀਂ। ਸੁਪਰੀਮ ਕੋਰਟ ਕਹਿ ਰਹੀ ਹੈ ਕਿ ਅਗਰ ਇਲੈਕਸ਼ਨ ਕਮਿਸ਼ਨ ਨੋਟਿਸ ਕਰਦਾ ਹੈ ਕਿ ਪੀਰੀਓਡਿਕ ਇਲੈਕਸ਼ਨਸ ਨਹੀਂ ਹੋ ਰਹੀਆਂ, ਅਗਰ ਕੋਈ ਸਟੇਟ ਡਿਲੇ ਕਰਦੀ ਹੈ ਤਾਂ ਉਹਨੂੰ ਡੂਮਸਡੇ ਡਿਕਲੇਅਰ ਕਰਨਾ ਚਾਹੀਦਾ। 328 ਸਰੂਪ ਮਿਸਿੰਗ ਹੋਏ ਨੇ। ਇਸ ਐਗਜ਼ੈਕਟਿਵ ਨੂੰ ਪਤਾ ਵੀ ਸਾਡੇ ਤੇ ਪਰਚਾ ਦਰਜ ਹੋਣਾ ਹੈ। ਇਹਨਾਂ ਨੇ ਮਿਸਯੂਜ਼ ਕਰਦਿਆਂ ਹੋਇਆਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਰੈਜ਼ੋਲੂਸ਼ਨ ਲਿਪਾਤਾ ਹੈ ਕਿ 328 ਸਰੂਪਾਂ ਦੇ ਕੇਸ 'ਚ ਅਸੀਂ ਕ੍ਰਿਮੀਨਲ ਪਰਚਾ ਨਹੀਂ ਕਰਾਂਗੇ। 1982 ਦੇ ਵਿੱਚ ਧਰਮਯੁੱਧ ਮੋਰਚਾ ਲੱਗਿਆ ਸੀ, ਜਿਹਦੀ ਸਭ ਤੋਂ ਮੇਨ ਮੰਗ ਸੀ ਕਿ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਲਾਈਵ ਹੋਣਾ ਚਾਹੀਦਾ ਆਲ ਇੰਡੀਆ ਰੇਡੀਓ 'ਤੇ। ਜਿਹੜੀ ਇਲੀਗਲ ਕਮੇਟੀ ਹੈ ਇਹਨੇ ਬਾਦਲ ਪਰਿਵਾਰ ਨੂੰ, ਉਹਦੇ ਚੈਨਲ ਨੂੰ, PTC ਨੂੰ ਐਕਸਕਲੂਸਿਵ ਰਾਈਟ ਦੇ ਦਿੱਤਾ ਹੈ ਕਿ ਕੋਈ ਦੂਜੇ ਚੈਨਲ ਕੋਲ ਇੱਥੇ ਕਵਰੇਜ ਕਰਨ ਦੀ ਪਾਵਰ ਨਹੀਂ ਹੈ ਤੇ ਉਹਨਾਂ ਕੋਲ ਕੋਈ ਪੈਸਾ ਵੀ ਨਹੀਂ ਲਿਆ ਜਾ ਰਿਹਾ। ਜਿਹੜੀ ਸ਼੍ਰੋਮਣੀ ਕਮੇਟੀ ਦੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦੇ ਰਹੇ, ਉਹਨਾਂ ਦੀ ਜਿਹੜੀ ਡਿਗਨਿਟੀ ਹੈ ਉਹ ਹਰਟ ਹੋ ਰਹੀ ਹੈ। ਉਹਨਾਂ ਨੂੰ ਬੰਦੂਆ ਮਜ਼ਦੂਰ ਬਣਾ ਕੇ ਇਹਨਾਂ ਬਾਦਲ ਦਲੀਆਂ ਨੇ ਰੱਖਿਆ ਹੋਇਆ ਆਪਦੇ ਘਰਾਂ 'ਚ, ਆਪਦੇ ਲੀਡਰਾਂ ਦੇ ਘਰਾਂ ਵਿੱਚ। ਸੋ ਜਿੰਨੀਆਂ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਨੇ, ਮੈਂ ਨਹੀਂ ਕਹਿ ਰਿਹਾ, ਇਹਨਾਂ ਦੇ ਚੀਫ ਸੈਕਟਰੀ ਸਰਦਾਰ ਹਰਚੰਦ ਸਿੰਘ ਦੀ ਕਿਤਾਬ ਕਹਿ ਰਹੀ ਹੈ ਕਿ ਇਹਨਾਂ ਨੇ ਸਸਤੇ ਰੇਟਾਂ 'ਤੇ ਜਿਹੜੀਆਂ ਜ਼ਮੀਨਾਂ ਨੇ ਸ਼੍ਰੋਮਣੀ ਕਮੇਟੀ ਨੇ ਆਪਦੇ ਰਿਸ਼ਤੇਦਾਰਾਂ ਨੂੰ, ਆਪਦੇ ਦਲਾਲਾਂ ਨੂੰ ਵੇਚ ਕੇ ਸ਼੍ਰੋਮਣੀ ਕਮੇਟੀ ਨੂੰ ਨੁਕਸਾਨ ਕੀਤਾ ਹੈ। ਗੁਰਦੁਆਰਿਆਂ ਦਾ ਲੰਗਰ ਤੇ ਪੈਸਾ ਬਾਦਲ ਸਿਆਸੀ ਪਰਪਸ ਲਈ ਯੂਜ਼ ਕਰ ਰਿਹਾ ਹੈ। ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਹੈ ਇਹਦੇ 170 ਇਲੈਕਟਡ ਮੈਂਬਰਸ ਨੇ, ਜਿਨ੍ਹਾਂ 'ਚ 155 ਪੰਜਾਬ ਤੋਂ ਇਲੈਕਟ ਹੋ ਕੇ ਆਉਂਦੇ ਨੇ, 13 ਹਰਿਆਣੇ ਤੋਂ ਇਲੈਕਟ ਹੋ ਰਹੇ ਨੇ, ਇੱਕ ਹਿਮਾਚਲ ਤੇ ਇੱਕ ਚੰਡੀਗੜ੍ਹ ਤੋਂ ਇਲੈਕਟ ਹੋ ਰਹੇ ਨੇ। ਇਕੱਲੀ ਹਿਮਾਚਲ ਦੀ ਇੱਕ ਸੀਟ ਔਰ ਚੰਡੀਗੜ੍ਹ ਦੀ ਇੱਕ ਸੀਟ ਕਰਕੇ ਪੰਜਾਬ ਦੀ ਇਲੈਕਸ਼ਨ ਦਾ ਕੰਟਰੋਲ ਹੋਮ ਮਿਨਿਸਟਰੀ ਨੂੰ ਦੇਣਾ ਇਹ ਬਿਲਕੁਲ ਗਲਤ ਹੈ। ਸੋ ਇਹਦੇ ਵਿੱਚ ਇੱਕ ਹੋਰ ਵੀ ਹੇਰ-ਫੇਰ ਹੈਗਾ ਹੈ ਕਿ ਜਿਹੜਾ ਸੈਕਸ਼ਨ 49 ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਐਕਟ ਦਾ ਹੈ, ਉਹ 'ਚ ਉਹਨਾਂ ਨੇ ਲਿਖਿਆ ਹੈ ਕਿ ਵੋਟਰ ਕੌਣ ਹੋ ਸਕਦਾ ਹੈ। ਉਹਦੀ ਹੈ ਕਿ ਜਿਹੜਾ ਬੰਦਾ ਟ੍ਰਿਮਿੰਗ ਕਰਦਾ ਹੈ, ਜਿਹੜਾ ਕਟਿੰਗ ਕਰਦਾ ਹੈ, ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਹੈ, ਉਹ ਵੋਟਰ ਨਹੀਂ ਹੋ ਸਕਦਾ। ਜਿਹੜਾ ਸਮੋਕਿੰਗ ਕਰਦਾ ਹੈ ਉਹ ਵੋਟਰ ਨਹੀਂ ਹੋ ਸਕਦਾ ਹੈ। ਡਰਿੰਕਿੰਗ ਕਰਦਾ ਹੈ, ਸ਼ਰਾਬ ਪੀਂਦਾ, ਵੋਟਰ ਨਹੀਂ ਹੋ ਸਕਦਾ ਹੈ। ਜਿਹੜਾ ਵੀ ਬੰਦਾ ਵੋਟ ਬਣਾ ਰਿਹਾ ਹੈ ਉਹਦੀ ਡਿਊਟੀ ਹੈ ਕਿ ਜੇ ਅਗਰ 3 ਕੁਤਾਈਆਂ ਨੇ ਤਾਂ ਉਹਦੀ ਵੋਟ ਬਣਨੀ ਨਹੀਂ ਚਾਹੀਦੀ। ਔਰ ਇੰਡੀਅਨ ਸਟੇਟ ਨੇ ਇਹਨਾਂ ਗੁਰਦੁਆਰੇ ਦਾ ਪ੍ਰਬੰਧ ਗਲਤ ਹੱਥਾਂ 'ਚ ਦੇਣ ਲਈ 1947 ਤੋਂ ਲਗਾਤਾਰ ਜਿਹੜੇ ਸ਼ਰਮੇ ਵਰਮੇ ਕਲੀਨ ਸ਼ੇਵਨ ਲੋਕ ਨੇ ਉਹਨਾਂ ਨੂੰ ਵੋਟ ਦਾ ਰਾਈਟ ਕੀਤਾ ਹੋਇਆ ਹੈ। ਅੱਜ ਪੂਰੀ ਦੁਨੀਆ ਦੇ ਵਿੱਚ ਵਰਲਡ ਡੈਮੋਕ੍ਰੇਸੀ ਡੇ ਮਨਾਇਆ ਜਾ ਰਿਹਾ, ਯਾਨੀ ਕਿ ਵਰਲਡ ਵਿਸ਼ਵ ਜਮਹੂਰੀਅਤ ਦਿਨ ਜਿਹੜਾ ਹੈ ਉਹ ਮਨਾਇਆ ਜਾ ਰਿਹਾ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਇੱਕ ਹੈਰੀਟੇਜ ਸਟਰੀਟ ਦੇ ਉੱਤੇ ਇੱਕ ਵੱਡੀ ਸਟੇਜ ਲਗਾਈ ਗਈ ਹੈ, ਜਿੱਥੇ ਕਿ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ ਅਤੇ ਹੋਰ ਉਹਨਾਂ ਦੇ ਨਾਲ ਹਮ ਖਿਆਲੀ ਜਿਹੜੇ ਨੇ ਉਹ ਸਟੇਜ ਸਾਂਝੀ ਕਰ ਰਹੇ ਹਨ। ਸਾਡੇ ਨਾਲ ਮੌਜੂਦ ਨੇ ਐਡਵੋਕੇਟ ਸਿਮਰਨਜੀਤ ਸਿੰਘ, ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ। ਉਹ ਵੀ ਇੱਥੇ ਪਹੁੰਚੇ ਹਨ ਕਿ ਇਸ ਵਾਕਈ 'ਚ ਹੀ ਜਮਹੂਰੀਅਤ ਡੇ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਔਰ ਕਿਹੜਾ ਜਮਹੂਰੀਅਤ ਦਾ ਕਾਣ ਜਿਹੜਾ ਹੈ ਉਹਨਾਂ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੋ ਰਿਹਾ। ਆਓ ਜਾਣਦੇ ਹਾਂ ਗੱਲਬਾਤ ਕਰਕੇ। ਸਵਾਗਤ ਹੈ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਤੁਹਾਡਾ ਨਾਮ ਵਗੈਰਾ ਦੱਸ ਰੈਫਰੈਂਸ। ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ। ਮੈਂ ਹਾਈ ਕੋਰਟਸ ਪ੍ਰੈਕਟਿਸਿੰਗ ਲਾਇਰ ਹੈਗਾ। ਅੱਜ ਸਰ ਵਰਲਡ ਜਿਹੜਾ ਡੈਮੋਕ੍ਰੇਸੀ ਡੇ ਹੈ, ਤੁਸੀਂ ਇੱਥੇ ਆਏ ਹੋ, ਤੁਸੀਂ ਗੱਲਬਾਤ ਵੀ ਕੀਤੀ ਹੈ, ਡੈਮੋਕ੍ਰੇਸੀ ਬਾਰੇ ਵੀ ਕੀਤੀ ਹੈ। ਕਿਸ ਤਰ੍ਹਾਂ ਦੇਖਦੇ ਹੋ ਸਾਰਾ ਸਿਨੈਰੀਓ ਕੀ ਹੈ? ਅੱਜ ਤੁਸੀਂ ਸਟੇਜ ਤੇ ਆਏ ਹੋ, ਕੁਝ ਨਾ ਕੁਝ ਤੁਹਾਡੇ ਮਨ 'ਚ ਹੈ ਜਿਹੜਾ ਬਲਬਲਾ, ਉਹ ਕੀ ਹੈ? ਦੇਖੋ, ਅੱਜ ਬੜਾ ਇੱਕ ਮਕਸਦ ਸੀ ਕਿ ਜਿਹੜੀ 1925 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਬੰਧਕ ਕਮੇਟੀ ਹੋਣ ਚਾਹੀਏ। ਇੱਕ ਐਕਟ ਬਣਿਆ ਬ੍ਰਿਟਿਸ਼ ਪੀਰੀਅਡ ਦੇ ਵਿੱਚ। ਜਦੋਂ ਇਹ ਐਕਟ ਬਣਿਆ ਸੀ ਉਦੋਂ ਜਿਹੜਾ ਹਿੰਦੁਸਤਾਨ ਦੇ ਫਰੀडम ਫਾਈਟਰ ਸੀ, ਸਕਾਲਰ ਸੀ, ਉਹ ਕਹਿੰਦੇ ਸੀ ਕਿ ਸਿੱਖਾਂ ਨੇ ਤੀਸਰੀ ਐਂਗਲੋ ਸਿੱਖ ਵਾਰ ਜਿੱਤ ਲਈ ਹੈ। ਮੈਂ ਥੋੜ੍ਹਾ ਜਿਹਾ ਤੁਹਾਨੂੰ ਬਰੀਫ ਦੱਸਾਂਗਾ ਵੀ ਇਹ ਕਾਰਨ ਕੀ ਬਣਿਆ ਕਿ ਸ਼੍ਰੋਮਣੀ ਕਮੇਟੀ ਆਪਾਂ ਬਣਾਈ ਕਿਉਂ ਹੈ। ਕਿ ਤੀਸਰੇ ਗੁਰੂ ਸਾਹਿਬ ਨੇ, ਅਮਰਦਾਸ ਜੀ ਉਹਨਾਂ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ। 22 ਮੰਜੀਆਂ ਬਣਾਈਆਂ ਸੀ ਕਿ ਜਿੱਥੇ ਜਿੱਥੇ ਗੁਰੂ ਸਾਹਿਬ ਨਹੀਂ ਜਾ ਸਕਦੇ ਉੱਥੇ ਉੱਥੇ ਪ੍ਰਚਾਰ ਕੀਤਾ ਜਾ ਸਕੇ। ਜਦੋਂ ਸਿੱਖੀ ਦਾ ਦਾਇਰਾ ਵੱਧ ਗਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਜਿਹੜਾ ਸੀ ਮਸੰਦ ਪ੍ਰਥਾ ਇੰਟਰੋਡਿਊਸ ਕੀਤੀ ਹੈ। ਇਹ ਜਿਹੜੇ ਮਸੰਦ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਵੇਲੇ ਤੱਕ ਜਿਹੜੇ ਸੀ ਇਹ ਕਰਪਟ ਹੋ ਗਏ ਸੀ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹਨਾਂ ਮਸੰਦਾਂ ਨੂੰ ਜਿਉਂਦੇ ਫੂਕਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਜਾਂਦੇ ਨੇ, ਇੱਕ ਨਵਾਂ ਸਿਸਟਮ, ਮਹੰਤ ਸਿਸਟਮ ਇੰਟਰੋਡਿਊਸ ਹੁੰਦਾ ਹੈ।
ਅੰਗਰੇਜ਼ਾਂ ਦੇ ਵੇਲੇ ਜਿਹੜਾ ਮਹੰਤ ਸੀ ਉਹ ਬੜਾ ਕਰਪਟ ਹੋ ਗਿਆ ਸੀ। ਉਹ ਮਹੰਤ ਉਹ ਸੀ ਜਿਹੜਾ ਬ੍ਰਾਹਮਣਿਕਲ ਹਿੰਦੂ ਸੀ, ਜਿਹੜਾ ਗੁਰਦੁਆਰਿਆਂ ਦੇ ਵਿੱਚ ਬੇਅਦਬੀਆਂ ਕਰ ਰਿਹਾ ਸੀ। ਅੰਗਰੇਜ਼ਾਂ ਨੇ ਉਹਦੇ ਬਰਾਬਰ ਇੱਕ ਸਰਬਰਾਹ ਜਿਹੜੇ ਅਪਾਇੰਟ ਕਰ ਦਿੱਤੇ। ਜਦੋਂ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਅਯਾਸ਼ੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਿੱਖਾਂ ਨੇ ਫਿਰ ਜਿਹੜਾ ਇੱਕ ਬੜਾ ਲੰਬਾ ਸੰਘਰਸ਼ ਕੀਤਾ ਹੈ, ਜਿਹਦੇ ਵਿੱਚ 30,000 ਦੇ ਕਰੀਬ ਸਿੱਖ ਜਿਹੜੇ ਹੈ ਜੇਲ੍ਹਾਂ 'ਚ ਗਏ ਨੇ। 2,000 ਨੂੰ ਅਦਾਲਤਾਂ ਨੇ ਸਜ਼ਾਵਾਂ ਕੀਤੀਆਂ ਨੇ। 431 ਦੇ ਕਰੀਬ ਜਿਹੜੇ ਸਿੱਖ ਨੇ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਹੈ, ਔਰ 54 ਦੇ ਕਰੀਬ ਜਿਹੜੇ ਐਡੀਟਰ ਸੀ, ਵੱਖ-ਵੱਖ ਸਿੱਖ ਐਡੀਟਰ ਸੀ, ਉਹਨਾਂ ਨੂੰ ਜਿਹੜੇ ਪੈਨਲਟੀਜ਼ ਦਾ ਸਾਹਮਣਾ ਕਰਨਾ ਪਿਆ। ਇਹ ਜਿਹੜੀ 1925 ਦੇ ਵਿੱਚ ਸ਼੍ਰੋਮਣੀ ਕਮੇਟੀ ਬਣੀ ਹੈ, ਇਹ ਦੁਨੀਆ ਦੇ ਵਿੱਚ ਪਹਿਲੀ ਸੰਸਥਾ ਹੈ ਔਰ ਪਹਿਲੀ ਕੌਮ ਹੈ ਜਿਨ੍ਹਾਂ ਨੇ ਹਰ ਸਿੱਖ ਨੂੰ ਇਹ ਰਾਈਟ ਲੈ ਕੇ ਦਿੱਤਾ ਹੈ ਕਿ ਉਹ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ, ਚੋਣ ਵਿੱਚ ਹਿੱਸਾ ਲੈ ਸਕਦਾ ਹੈ, ਚੁਣ ਸਕਦਾ ਹੈ ਤੇ ਚੁਣਿਆ ਜਾ ਸਕਦਾ ਹੈ। ਅੰਗਰੇਜ਼ਾਂ ਦੇ ਪੀਰੀਅਡ 'ਚ 1925 ਤੋਂ ਲੈ ਕੇ 1947 ਤੱਕ ਇਲੈਕਸ਼ਨਸ ਪੀਰੀਓਡਿਕ, ਫ੍ਰੀ ਐਂਡ ਫੇਅਰ, ਰੈਗੂਲਰ ਹੋ ਰਹੀਆਂ ਨੇ। 1947 ਤੋਂ ਬਾਅਦ ਸਾਡੇ ਨਾਲ ਦੋ ਕਿਸਮ ਦਾ ਧੱਕਾ ਸ਼ੁਰੂ ਹੋਇਆ ਜੀ। ਹੁਣ ਜਿਹੜਾ ਇੰਡੀਅਨ ਪਾਰਲੀਮੈਂਟ ਐਕਟ ਹੈ ਉਹ ਬਣਿਆ 1952 'ਚ। 1952 ਤੋਂ ਲੈ ਕੇ ਹੁਣ ਤੱਕ ਇਹਨਾਂ 50 ਸਾਲਾਂ ਦੇ ਵਿੱਚ 17 ਚੋਣਾਂ ਹੋ ਰਹੀਆਂ ਨੇ ਤੇ 18ਵੀਂ ਚੋਣ 2024 'ਚ ਪੈਂਡਿੰਗ ਹੈ। ਸਾਡੀਆਂ ਕੇਵਲ ਤੇ ਕੇਵਲ 8 ਚੋਣਾਂ ਹੋਈਆਂ ਨੇ। 1965 ਤੋਂ ਬਾਅਦ ਤੁਸੀਂ ਵੇਖੋ 79 14 ਸਾਲ, 79 ਤੋਂ ਬਾਅਦ 96 17 ਸਾਲ, ਫਿਰ 2004, ਫਿਰ 2011 ਤੇ ਹੁਣ ਕੋਈ ਇਲੈਕਸ਼ਨ ਨਹੀਂ। ਸੋ ਜਿਹੜੀ ਯੂਨਾਈਟਿਡ ਨੇਸ਼ਨਸ ਹੈ ਇਸ ਵਰਲਡ ਡੈਮੋਕ੍ਰੇਸੀ ਡੇ ਮਨਾ ਰਿਹਾ ਹੈ। ਸੋ ਅੱਜ ਅਸੀਂ ਦੁਨੀਆ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ 97 ਸਾਲ ਪੁਰਾਣਾ ਜਿਹੜੀ ਸੰਸਥਾ ਹੈ, ਇੰਡੀਅਨ ਸਟੇਟ ਨੋਇੰਗਲੀ ਇਹਦੀ ਜਿਹੜੀ ਹੈ ਇਲੈਕਸ਼ਨ ਨਹੀਂ ਕਰਾ ਰਹੀ। ਹੁਣ ਜਿਹੜੀ ਹਿੰਦੁਸਤਾਨ ਦੀ ਸੁਪਰੀਮ ਕੋਰਟ ਹੈ, ਕੇਸ਼ਵ ਚੰਦਰ ਭਾਰਤੀ ਕੇਸ ਦੇ ਵਿੱਚ 13 ਜੱਜਾਂ ਦੇ ਇੱਕ ਫੁੱਲ ਬੈਂਚ ਨੇ ਜਜਮੈਂਟ ਦਿੱਤੀ ਹੈ ਕਿ ਜਿਹੜੀਆਂ ਪੀਰੀਓਡਿਕ, ਫ੍ਰੀ ਐਂਡ ਫੇਅਰ ਇਲੈਕਸ਼ਨਸ ਕਨਸਟੀਟਿਊਸ਼ਨ ਦਾ ਬੇਸਿਕ ਫੀਚਰ ਦਾ ਪਾਰਟ ਨੇ। ਚੋਣਾਂ ਹੋਣੀਆਂ ਬਹੁਤ ਜ਼ਰੂਰੀ ਨੇ ਔਰ ਨੰਬਰ ਆਫ ਜਜਮੈਂਟਸ ਨੇ। TN ਸੈਸ਼ਨ ਦੀ ਜਜਮੈਂਟ ਹੈ, 2-3 ਜਜਮੈਂਟਸ ਹੋਰ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਅਗਰ ਪੀਰੀਓਡਿਕ ਇਲੈਕਸ਼ਨਸ ਨਹੀਂ ਹੁੰਦੀਆਂ, ਕਿਉਂਕਿ ਸਰਕਾਰ ਨੇ 324 ਆਰਟੀਕਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਐਸਟੈਬਲਿਸ਼ ਕੀਤਾ ਹੋਇਆ ਹੈ ਜਿਹੜਾ ਹਰ ਅਦਾਰੇ ਦੀ 5 ਸਾਲ ਬਾਅਦ ਇਲੈਕਸ਼ਨ ਜਿਹੜੀ ਹੈ ਇਨਸ਼ੋਰ ਕਰਦਾ ਹੈ। ਸੋ ਅਸੀਂ ਇਹ ਵੇਖਿਆ ਕਿ ਜਦੋਂ ਸਾਡੀਆਂ ਇਲੈਕਸ਼ਨਸ ਨਹੀਂ ਹੋ ਰਹੀਆਂ, ਸੁਪਰੀਮ ਕੋਰਟ ਕਹਿ ਰਹੀ ਹੈ ਕਿ ਅਗਰ ਇਲੈਕਸ਼ਨ ਕਮਿਸ਼ਨ ਨੋਟਿਸ ਕਰਦਾ ਹੈ ਕਿ ਪੀਰੀਓਡਿਕ ਇਲੈਕਸ਼ਨਸ ਨਹੀਂ ਹੋ ਰਹੀਆਂ, ਅਗਰ ਕੋਈ ਸਟੇਟ ਡਿਲੇ ਕਰਦੀ ਹੈ ਤਾਂ ਉਹਨੂੰ ਡੂਮਸ ਡੇ ਡਿਕਲੇਅਰ ਕਰਨਾ ਚਾਹੀਦਾ ਹੈ। ਸੋ ਜਿਹੜਾ ਸ਼੍ਰੋਮਣੀ ਕਮੇਟੀ ਦਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਜੇ ਗੁਰਦੁਆਰੇ ਜਿੱਥੇ ਮੈਨੇਜ ਕਰਨ ਦਾ ਤੁਹਾਨੂੰ ਅਧਿਕਾਰ ਹੈਗਾ, ਜਿਹੜੀ ਗੁਰਦੁਆਰਿਆਂ ਦੀ ਮਿਸਮੈਨੇਜਮੈਂਟ ਹੈ ਉਹ ਡੈਮੋਕ੍ਰੈਟਿਕ ਸੈਟਅਪ ਨੂੰ, ਗੁਰਦੁਆਰਿਆਂ ਦੀ ਸਟਰਕਚਰ ਨੂੰ ਡਿਸਟਰੈਕਟ ਕਰ ਦੂਗੀ, ਡਿਸਟਰੈਕਸ਼ਨ ਕਰ ਦੂਗੀ। ਸੋ ਜਿਹੜੀ ਕੇਂਦਰ ਦੀ ਹਕੂਮਤ ਨੇ ਇਲੈਕਸ਼ਨਸ ਨਹੀਂ ਕਰਾਈਆਂ, ਉਹਦਾ ਕੀ ਰਿਜ਼ਲਟ ਨਿਕਲਿਆ ਕਿ 2004 ਦੀ ਜਿਹੜੀ ਇਲੈਕਟਡ ਕਮੇਟੀ ਹੈ ਐਗਜ਼ੈਕਟਿਵ, ਅੱਜ ਉਹ ਰੂਲ ਕਰ ਰਹੀ ਹੈ। 2004 ਤੋਂ ਲੈ ਕੇ 18 ਸਾਲਾਂ ਦੇ ਵਿੱਚ ਤੁਸੀਂ ਵੇਖੋ ਕਿ ਇਹ ਜਿਹੜੀ ਸਰਕਾਰ ਦੀ ਇਲੀਗਲ ਕਮੇਟੀ ਹੈਗੀ ਹੈ ਜਿਹਦੇ ਕੋਲ ਕੋਈ ਮੈਂਡੇਟ ਨਹੀਂ ਹੈਗਾ। ਅੱਜ 328 ਸਰੂਪ ਮਿਸਿੰਗ ਹੋਏ ਨੇ। ਇਸ ਐਗਜ਼ੈਕਟਿਵ ਨੂੰ ਪਤਾ ਵੀ ਸਾਡੇ ਤੇ ਪਰਚਾ ਦਰਜ ਹੋਣਾ ਹੈ। ਇਹਨਾਂ ਨੇ ਮਿਸਯੂਜ਼ ਕਰਦਿਆਂ ਹੋਇਆਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਰੈਜੂਲੇਸ਼ਨ ਲੈ ਪਾਤਾ ਹੈ ਕਿ 328 ਸਰੂਪਾਂ ਦੇ ਕੇਸ 'ਚ ਅਸੀਂ ਕ੍ਰਿਮੀਨਲ ਪਰਚਾ ਨਹੀਂ ਕਰਾਂਗੇ। ਤੁਸੀਂ ਇਹ ਦੇਖੋ ਕਿ 1982 ਦੇ ਵਿੱਚ ਧਰਮਯੁੱਧ ਮੋਰਚਾ ਲੱਗਿਆ ਸੀ, ਜਿਹਦੀ ਸਭ ਤੋਂ ਮੇਨ ਮੰਗ ਸੀ ਕਿ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਲਾਈਵ ਹੋਣਾ ਚਾਹੀਦਾ ਆਲ ਇੰਡੀਆ ਰੇਡੀਓ ਤੋਂ। ਜਦੋਂ ਅੱਜ ਦਰਬਾਰ ਸਾਹਿਬ, ਜਦੋਂ ਅੱਜ ਮੱਕੇ ਦੇ ਵਿੱਚ ਹਰ ਚੈਨਲ ਜਿਹੜਾ ਇਸਲਾਮ ਦੇ ਖਿਲਾਫ ਨਹੀਂ ਆ ਉਹਨੂੰ ਫ੍ਰੀ ਐਕਸੈਸ ਹੈ, ਉਹ ਆਪਦਾ ਮੱਕੇ ਤੋਂ ਪ੍ਰੋਗਰਾਮ ਅਲਾਈਵ ਕਰ ਸਕਦਾ ਹੈ। ਇਸ ਜਿਹੜੀ ਇਲੀਗਲ ਕਮੇਟੀ ਹੈ ਇਹਨੇ ਬਾਦਲ ਪਰਿਵਾਰ ਨੂੰ, ਉਹਦੇ ਚੈਨਲ ਨੂੰ, PTC ਨੂੰ ਐਕਸਕਲੂਸਿਵ ਰਾਈਟ ਦੇ ਦਿੱਤਾ ਹੈ ਕਿ ਕੋਈ ਦੂਜੇ ਚੈਨਲ ਕੋਲ ਇੱਥੇ ਕਵਰੇਜ ਕਰਨ ਦੀ ਪਾਵਰ ਨਹੀਂ ਹੈ ਤੇ ਉਹਨਾਂ ਕੋਲ ਕੋਈ ਪੈਸਾ ਵੀ ਨਹੀਂ ਲਿਆ ਜਾ ਰਿਹਾ ਹੈ। ਤੀਸਰੀ ਗੱਲ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦੇ ਰਹੇ, ਉਹਨਾਂ ਦੀ ਜਿਹੜੀ ਡਿਗਨਿਟੀ ਹੈ ਉਹ ਹਰਟ ਹੋ ਰਹੀ ਹੈ। ਉਹਨਾਂ ਨੂੰ ਬੰਦੂਆ ਮਜ਼ਦੂਰ ਬਣਾ ਕੇ ਇਹਨਾਂ ਬਾਦਲ ਦਲੀਆਂ ਨੇ ਰੱਖਿਆ ਹੋਇਆ ਆਪਦੇ ਘਰਾਂ 'ਚ, ਆਪਦੇ ਲੀਡਰਾਂ ਦੇ ਘਰਾਂ ਵਿੱਚ। ਸੋ ਜਿੰਨੀਆਂ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਨੇ, ਮੈਂ ਨਹੀਂ ਕਹਿ ਰਿਹਾ, ਇਹਨਾਂ ਦੇ ਚੀਫ ਸੈਕਟਰੀ ਸਰਦਾਰ ਹਰਚੰਦ ਸਿੰਘ ਦੀ ਕਿਤਾਬ ਕਹਿ ਰਹੀ ਹੈ ਕਿ ਇਹਨਾਂ ਨੇ ਸਸਤੇ ਰੇਟਾਂ 'ਤੇ ਜਿਹੜੀਆਂ ਜ਼ਮੀਨਾਂ ਨੇ ਸ਼੍ਰੋਮਣੀ ਕਮੇਟੀ ਨੇ ਆਪਦੇ ਰਿਸ਼ਤੇਦਾਰਾਂ ਨੂੰ, ਆਪਦੇ ਦਲਾਲਾਂ ਨੂੰ ਵੇਚ ਕੇ ਸ਼੍ਰੋਮਣੀ ਕਮੇਟੀ ਨੂੰ ਨੁਕਸਾਨ ਕੀਤਾ ਹੈ। ਗੁਰਦੁਆਰਿਆਂ ਦਾ ਲੰਗਰ ਤੇ ਪੈਸਾ ਬਾਦਲ ਸਿਆਸੀ ਪਰਪਸ ਲਈ ਯੂਜ਼ ਕਰ ਰਿਹਾ ਹੈ।
ਕਿਉਂਕਿ ਸੈਂਟਰ ਗਵਰਨਮੈਂਟ ਦੀ ਸ਼ਹਿ ਹੈ, ਇਸ ਕਰਕੇ ਇਲੈਕਸ਼ਨਸ ਨਹੀਂ ਹੋ ਰਹੀਆਂ। ਔਰ ਇੱਕ ਇਹ 'ਚ ਕਾਨੂੰਨੀ ਨੁਕਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਜਿਹੜੀ ਸ਼੍ਰੋਮਣੀ ਕਮੇਟੀ ਬਣੀ ਸੀ, ਇਹ ਬ੍ਰਿਟਿਸ਼ ਪੰਜਾਬ ਦੇ ਵਿੱਚ ਬ੍ਰਿਟਿਸ਼ ਪੰਜਾਬ ਦੇ ਵਿੱਚ ਉਸ ਵੇਲੇ ਜਿਹੜੀ ਸ਼੍ਰੋਮਣੀ ਕਮੇਟੀ ਕਨਸਟੀਟਿਊਟ ਕੀਤੀ ਗਈ ਸੀ। ਹੁਣ ਸ਼੍ਰੋਮਣੀ ਕਮੇਟੀ ਜਿਹੜੀ ਸੀ, ਜਦੋਂ ਬ੍ਰਿਟਿਸ਼ ਪੰਜਾਬ ਡਿਵਾਈਡ ਹੋ ਗਿਆ, ਹੁਣ ਜਿਹੜਾ ਇੱਥੋਂ ਵਾਲਾ ਪੰਜਾਬ ਹੈ, ਹਿੰਦੁਸਤਾਨ ਦਾ ਆਕੂਪਾਈਡ ਪੰਜਾਬ ਆ, ਉਹਦੇ ਇਹਨਾਂ ਨੇ 3 ਹਿੱਸੇ ਕਰ ਦਿੱਤੇ ਨੇ, ਹਿਮਾਚਲ, ਪੰਜਾਬ, ਹਰਿਆਣਾ ਤੇ ਦਿੱਲੀ। 3 ਦੇ ਵਿਚਾਰ ਹੋ ਗਏ ਨੇ ਜੀ। ਹੁਣ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਹੈ, ਇਹਦੇ 170 ਇਲੈਕਟਡ ਮੈਂਬਰਸ ਨੇ, ਜਿਨ੍ਹਾਂ 'ਚ 155 ਪੰਜਾਬ ਤੋਂ ਇਲੈਕਟ ਹੋ ਕੇ ਆਉਂਦੇ ਨੇ, 13 ਹਰਿਆਣੇ ਤੋਂ ਇਲੈਕਟ ਹੋ ਰਹੇ ਨੇ, ਇੱਕ ਹਿਮਾਚਲ ਤੇ ਇੱਕ ਚੰਡੀਗੜ੍ਹ ਤੋਂ ਇਲੈਕਟ ਹੋ ਰਿਹਾ ਹੈ। ਹੁਣ ਤੁਹਾਨੂੰ ਬੀਇੰਗ ਜਰਨਲਿਸਟ ਪਤਾ ਹੈ ਕਿ ਹਰਿਆਣੇ ਦੀ ਜਿਹੜੀ ਵੱਖਰੀ ਕਮੇਟੀ ਹੈ, ਉਹਨੂੰ ਸੈਂਕਸ਼ਨ ਹੋਣ ਜਾ ਰਹੀ ਹੈ। ਸੋ ਕੱਲੀ ਹਿਮਾਚਲ ਦੀ ਇੱਕ ਸੀਟ ਔਰ ਚੰਡੀਗੜ੍ਹ ਦੀ ਇੱਕ ਸੀਟ ਕਰਕੇ ਪੰਜਾਬ ਦੀ ਇਲੈਕਸ਼ਨ ਦਾ ਕੰਟਰੋਲ ਹੋਮ ਮਿਨਿਸਟਰੀ ਨੂੰ ਦੇਣਾ ਇਹ ਬਿਲਕੁਲ ਗਲਤ ਹੈ। ਸੋ ਹੂ ਇਜ਼ ਰਿਸਪੌਂਸਿਬਲ ਫॉर ਦਿਸ? ਕਿੰਨੇ ਕੰਟਰੋਲ ਦਿੱਤਾ ਹੈ? ਕਿਸ ਤਰ੍ਹਾਂ ਇਹਨੂੰ ਜਿਹੜਾ ਹੈਗਾ ਦੁਬਾਰਾ ਆਪਣੇ ਹੱਥਾਂ ਲੈ, ਸਟੇਟ ਦੇ ਹੱਥਾਂ 'ਚ ਲਿਆਇਆ ਜਾ ਸਕਦਾ, ਉਹ ਸਟੇਟ ਜਿਹੜਾ ਹੈਗਾ ਉਹਨੂੰ ਕੀਤਾ ਜਾ ਸਕਦਾ? ਇੱਕ ਕਿਤੇ ਨਾ ਕਿਤੇ ਨੁਕਤਾ, ਜੇ ਆਪਾਂ ਕਾਨੂੰਨੀ ਨੁਕਤਾ ਗਿਣੀਏ, ਸੈਂਟਰ ਦੇ ਹੱਥਾਂ ਵਿੱਚੋਂ ਕੋਈ ਮਤਾ ਪਾ ਕੇ, ਕੋਈ ਰਿਪਰੈਜ਼ੈਂਟੇਸ਼ਨ ਦੇ ਕੇ ਫਰੋਮ ਸਟੇਟ ਗਵਰਨਮੈਂਟ ਉਹਨੂੰ ਲਿਆਇਆ ਜਾ ਸਕਦਾ ਸਟੇਟ ਕੋਲ। ਉਹੋ ਜਿਹਾ ਕੀ ਨੁਕਤਾ ਹੈਗਾ ਕਾਨੂੰਨੀ ਤੌਰ ਤੇ, ਕਿਸ ਤਰ੍ਹਾਂ ਕੀਤਾ ਜਾ ਸਕਦਾ ਜਿਹੜਾ ਨਹੀਂ ਕੀਤਾ ਜਾ? ਦੇਖੋ, 2 ਤਰੀਕੇ ਨੇ। ਚਾਹੀ ਤਾਂ ਹੋਮ ਮਿਨਿਸਟਰੀ ਇਹ ਗੱਲ ਸਮਝ ਲਏ ਕਿ 2 ਸੀਟਾਂ ਦੀ ਖਾਤਰ ਇਲੈਕਸ਼ਨ ਡਿਲੇ ਨਹੀਂ ਹੋਣੀ ਚਾਹੀਦੀ। ਚਾਹੇ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਆਪ ਦਾ ਇੰਡੀਪੈਂਡੈਂਟ ਐਕਟ ਬਣਾ ਕੇ, ਜਿਵੇਂ ਦਿੱਲੀ ਦਾ ਐਕਟ ਬਣਿਆ, ਜਿਵੇਂ ਹਰਿਆਣੇ ਦਾ ਬਣਿਆ ਹੈ, ਇਹ ਇਲੈਕਸ਼ਨਸ ਨੂੰ ਟਾਈਮ ਬਾਉਂਡ ਕਰਾਉਣ। ਸੋ ਇਹਦੇ ਵਿੱਚ ਇੱਕ ਹੋਰ ਵੀ ਹੇਰ-ਫੇਰ ਹੈਗਾ ਕਿ ਜਿਹੜਾ ਸੈਕਸ਼ਨ 49 ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਐਕਟ ਦਾ ਹੈ, ਉਹ 'ਚ ਉਹਨਾਂ ਨੇ ਲਿਖਿਆ ਹੈ ਕਿ ਵੋਟਰ ਕੌਣ ਹੋ ਸਕਦਾ ਹੈ। ਉਹਦੀ ਹੈ ਕਿ ਜਿਹੜਾ ਬੰਦਾ ਟ੍ਰਿਮਿੰਗ ਕਰਦਾ ਹੈ, ਜਿਹੜਾ ਕਟਿੰਗ ਕਰਦਾ ਹੈ, ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਹੈ, ਉਹ ਵੋਟਰ ਨਹੀਂ ਹੋ ਸਕਦਾ ਹੈ। 2 ਨੰਬਰ ਜਿਹੜਾ ਸਮੋਕਿੰਗ ਕਰਦਾ ਹੈ, ਉਹ ਵੋਟਰ ਨਹੀਂ ਹੋ ਸਕਦਾ ਹੈ। 3 ਨੰਬਰ ਜਿਹੜਾ ਬੰਦਾ ਡਰਿੰਕਿੰਗ ਕਰਦਾ ਹੈ, ਸ਼ਰਾਬ ਪੀਂਦਾ, ਵੋਟਰ ਨਹੀਂ ਹੋ ਸਕਦਾ ਹੈ। ਜਿਹੜਾ ਵੀ ਬੰਦਾ ਵੋਟ ਬਣਾ ਰਿਹਾ ਹੈ, ਉਹਦੀ ਡਿਊਟੀ ਹੈ ਕਿ ਜੇ ਅਗਰ 3 ਕੁਤਾਈਆਂ ਨੇ ਤਾਂ ਉਹਦੀ ਵੋਟ ਬਣਨੀ ਨਹੀਂ ਚਾਹੀਦੀ। ਔਰ ਇੰਡੀਅਨ ਸਟੇਟ ਨੇ ਇਹਨਾਂ ਗੁਰਦੁਆਰੇ ਦਾ ਪ੍ਰਬੰਧ ਗਲਤ ਹੱਥਾਂ 'ਚ ਦੇਣ ਲਈ 1947 ਤੋਂ ਲਗਾਤਾਰ ਜਿਹੜੇ ਸ਼ਰਮੇ ਵਰਮੇ ਕਲੀਨ ਸ਼ੇਵਨ ਲੋਕ ਨੇ, ਉਹਨਾਂ ਨੂੰ ਵੋਟ ਦਾ ਰਾਈਟ ਕੀਤਾ ਹੋਇਆ ਹੈ। ਪਰ ਉਹ ਕਹਿੰਦੇ ਜੀ ਅਸੀਂ ਸਹਿਜਧਾਰੀ ਸਿੱਖ ਨੇ, ਕਈ ਤਰ੍ਹਾਂ ਦੇ ਸਿੱਖ ਨੇ, ਚਾਹੇ ਨਾਮਧਾਰੀ ਸਿੱਖ ਨੇ, ਸਹਿਜਧਾਰੀ ਸਿੱਖ ਨੇ, ਮਜਬੀ ਸਿੱਖ ਨੇ, ਇਸ ਤਰ੍ਹਾਂ ਕਈ ਤਰ੍ਹਾਂ ਦੇ ਸਿੱਖ ਨੇ ਜਿਹੜੇ ਕਿ ਗੁਰੂ ਸਾਹਿਬ ਨੇ ਜਿਹੜੇ ਆਪਣੇ ਉਹਦੇ ਵਿੱਚ ਪਾਏ ਸੀਗੇ। ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਜਿਹੜੇ ਉਹ ਦੂਸਰੇ ਜਿਹੜੇ ਸਿੱਖ ਨੇ ਜਿਹਨਾਂ ਨੂੰ ਪੜ੍ਹਨ ਲਈ ਭੇਜਿਆ ਸੀਗਾ ਉਹਨਾਂ ਨੇ, ਠੀਕ ਹੈ, ਉਹ ਹਰ ਇੱਕ ਤਰ੍ਹਾਂ ਦੇ ਉਹ ਸਿੱਖ ਕੈਟਾਗਰੀ 'ਚ ਆਉਂਦੇ। ਪਰ ਨਹੀਂ ਜੀ, ਸਿੱਖਾਂ ਦੀ ਇੱਕ ਕੈਟਾਗਰੀ ਹੈ। ਸਿੱਖ ਦੀ ਜਿਹੜੀ ਡੈਫੀਨੇਸ਼ਨ ਹੈ ਕਲੀਅਰ ਹੋ ਗਈ ਹੈ। ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਖਰਾ ਐਕਟ ਬਣਿਆ ਸੀ, ਉਹਦੇ 'ਚ ਕਲੀਅਰ ਹੈ। ਹੁਣ ਸ਼੍ਰੋਮਣੀ ਕਮੇਟੀ ਦੀ ਰਹਿਤ ਮਰਿਆਦਾ ਕਲੀਅਰ ਹੈਗੀ ਹੈ। ਔਰ ਸ਼੍ਰੋਮਣੀ ਗੁਰਦੁਆਰਾ ਐਕਟ ਸਿੱਖ ਦੀ ਡੈਫੀਨੇਸ਼ਨ ਹੈ। ਸਿੱਖ ਉਹ ਵਿਅਕਤੀ ਹੈ ਜਿਹੜਾ ਕੇਵਲ 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਕਿਸੇ ਧਰਮ ਨੂੰ ਨਹੀਂ ਮੰਨਦਾ ਹੈ। ਹੁਣ ਜਿਹੜੇ ਨਾਮਧਾਰੀ ਹੈਗੇ ਨੇ, ਜਿਹੜੇ ਨਿਰੰਕਾਰੀ ਹੈਗੇ ਨੇ, ਇਹ ਬੋਡੀ ਗੁਰੂ ਨੂੰ, ਗੁਰੂ ਡੰਬ ਨੂੰ ਮੰਨਦੇ ਨੇ। ਜਿਹੜੇ ਰਾਧਾ ਸਵਾਮੀਜ਼ ਨੇ, ਇਹ ਗੁਰੂ ਗ੍ਰੰਥ ਸਾਹਿਬ ਨੂੰ ਐਕਸਕਲੂਸਿਵ ਗੁਰੂ ਨਹੀਂ ਮੰਨਦੇ। ਸੋ ਇਹੋ ਹੀ ਗੱਲ ਹੈਗੀ ਹੈ, ਜਿਹੜਾ ਬੰਦਾ ਦਾੜੀ ਕੱਟਦਾ ਹੈ ਉਹ ਸਹਿਜਧਾਰੀ ਨਹੀਂ ਹੋ ਸਕਦਾ। ਉਹ ਐਗਜ਼ੈਂਪਸ਼ਨ ਸੀ ਜਦੋਂ ਜੰਗਲ ਮਿਸਲ ਪੀਰੀਅਡ ਸੀ, ਉਦੋਂ ਸੀ ਕਿ ਜਿਹੜੇ ਬੰਦੇ ਨੇ ਆਪ ਦੀ ਕੇਸ ਰੱਖ ਲਏ ਨੇ, ਅਪੀਅਰੈਂਸ ਲੈ ਲਿਆ ਹੈ, ਉਹਨੇ ਅਜੇ ਪਹੁਲ ਨਹੀਂ ਲਈ, ਉਹ ਕੇਸਧਾਰੀ ਸੀ। ਸੋ ਜਿਹੜਾ ਇਹ ਗੱਲ ਹੈ, ਇਹ ਗੱਲ ਜਿਹੜੀ ਇੱਕ ਕੇਸ ਚੱਲਿਆ ਹੈ ਸ਼੍ਰੋਮਣੀ ਕਮੇਟੀ ਵਰਸਸ ਡਾਕਟਰ ਰਾਨੂ ਸਹਿਜਧਾਰੀ ਫਾਊਂਡੇਸ਼ਨ ਦਾ, ਉਹਦੇ ਵਿੱਚ ਕਲੀਅਰ ਹੋ ਗਿਆ ਹੈ ਨਾ। ਇਸ ਤੋਂ ਬਿਨਾਂ ਇੱਕ ਗੁਰਲੀਨ ਕੌਰ ਤੁਹਾਡੇ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਲੜਕੀ ਸੀ, ਉਸ ਕੇਸ 'ਚ ਵੀ ਉਹਨਾਂ ਨੇ ਡੈਫੀਨੇਸ਼ਨ ਕਲੀਅਰ ਕਰਤੀ ਸੀ ਕਿ ਸਿੱਖ ਕੌਣ ਹੈ, ਪਤਿਤ ਕੌਣ ਹੈ। ਔਰ ਉਹ ਸੈਜਮੈਂਟਸ ਵੀ ਕਲੀਅਰ ਕਰ ਦਿੱਤਾ ਸੀ ਕਿ ਜਿਹੜਾ ਪਤਿਤ ਹੈ ਉਹਨੂੰ ਵੋਟ ਦਾ ਰਾਈਟ ਨਹੀਂ ਹੈਗਾ। ਉਹ ਨਾ ਹੀ ਸ਼੍ਰੋਮਣੀ ਕਮੇਟੀ ਦੇ ਕਿਸੇ ਐਜੂਕੇਸ਼ਨ ਅਦਾਰੇ, ਕਿਸੇ ਹੋਰ ਇੰਸਟੀਟਿਊਸ਼ਨ 'ਚ ਕੋਈ ਸਿੱਖ ਹੋਣ ਦਾ ਬੈਨੀਫਿਟ ਲੈ ਸਕਦਾ ਹੈ। ਸਰ, ਹੁਣ ਪੋਲੀਟੀਕਲੀ ਜਾਂ ਜੇ ਆਪਾਂ ਕਹੀਏ ਕਾਨੂੰਨਨ ਤੌਰ ਦੇ ਉੱਤੇ ਕਿਸ ਤਰ੍ਹਾਂ ਜਿਹੜਾ ਮਸਲੇ ਦਾ ਹੱਲ ਹੋ ਸਕਦਾ ਹੈ, ਜਾਂ ਕਿ ਸਾਨੂੰ ਫਿਰ ਇਸ ਤਰ੍ਹਾਂ ਹੀ ਸਟੇਜਾਂ ਹੀ ਲਾਉਣੀਆਂ ਪੈਣਗੀਆਂ ਜਾਂ ਐਜੀਟੇਸ਼ਨ ਹੀ ਕਰਨਾ ਪਏਗਾ ਇਲੈਕਸ਼ਨਾਂ ਵਾਸਤੇ ਵੀ, ਜਿੱਥੇ ਜਮਹੂਰੀਅਤ ਹੈ, ਜਿੱਥੇ ਕਿਹਾ ਜਾਂਦਾ ਸਾਰਿਆਂ ਨਾਲੋਂ ਵੱਡੀ ਡੈਮੋਕ੍ਰੇਸੀ ਹੈ ਇੰਡੀਆ ਦੇ ਵਿੱਚ, ਉੱਥੇ ਵੀ ਮਤਲਬ ਸਾਨੂੰ ਜਿਹੜੇ ਸਟੇਜਾਂ ਲਾਉਣੀਆਂ ਪੈਣਗੀਆਂ ਉਹਦੇ ਇਲੈਕਸ਼ਨ ਕਰਵਾਉਣ ਵਾਸਤੇ? ਦੇਖੋ, ਵਰਲਡ ਦੇ ਵਿੱਚ 3 ਵੱਡੀਆਂ ਡੈਮੋਕ੍ਰੇਸੀਜ਼ ਮੰਨੀਆਂ ਗਈਆਂ ਨੇ। ਸਭ ਤੋਂ ਜਿਹੜੀ ਓਲਡੈਸਟ ਦੇਸ਼ ਹੈਗਾ ਉਹ ਯੂਨਾਈਟਿਡ ਕਿੰਗਡਮ ਹੈ ਨਾ। ਦੂਸਰਾ ਦੇਸ਼ ਹੈਗਾ USA। ਤੀਸਰਾ ਦੇਸ਼ ਹੈਗਾ ਇੰਡੀਆ, ਜਿਹਨੂੰ ਲਿਬਰਲ ਸਭ ਤੋਂ ਵੱਡਾ ਡੈਮੋਕ੍ਰੈਟਿਕ ਨੇਸ਼ਨ ਮੰਨਿਆ ਗਿਆ ਹੈ। ਸੋ ਇਹ ਹੁਣ ਹੀ ਕੁਛ ਮਹੀਨੇ ਪਹਿਲੇ ਜਿਹੜੀਆਂ ਨੇ ਤਾਮਿਲਨਾਡੂ ਦੇ ਵਿੱਚ ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਕੀਤੀਆਂ ਨੇ ਕਿ ਜਿਹੜੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਜਿਹੜੀਆਂ ਨੇ ਬਹੁਤ ਜ਼ਰੂਰੀ ਨੇ,
ਤੇ ਅਗਰ ਤੁਸੀਂ ਕਿਸੇ ਬਾਡੀ ਦੀਆਂ ਸਟੈਚੂਟਰੀ ਬਾਡੀ ਦੀਆਂ ਇਲੈਕਸ਼ਨਸ ਨਹੀਂ ਕਰਦੇ, ਇਹ ਡੈਮੋਕ੍ਰੇਸੀ ਦੀ ਜਿਹੜੀ ਹੈ ਕਤਲ ਹੈਗਾ ਹੈ। ਸੋ ਅਸੀਂ ਸੋਚ ਰਹੇ ਹਾਂ ਕਿ ਸੁਪਰੀਮ ਕੋਰਟ ਨੂੰ ਇਹਦਾ ਸਿਓ ਮੋਟੋ ਲੈ ਲੈਣਾ ਚਾਹੀਦਾ, ਪ੍ਰਾਈਮ ਮਿਨਿਸਟਰ ਨੂੰ ਲੈ ਕੇ ਇਹ ਇਲੈਕਸ਼ਨਸ ਇਮੀਡੀਏਟਲੀ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਜਦੋਂ 5 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ ਮੈਂਬਰ ਨੂੰ ਡਰ ਹੁੰਦਾ ਹੈ ਕਿ ਮੈਨੂੰ ਲੋਕਾਂ ਨੇ ਜਵਾਬ ਪੁੱਛਣਾ ਕਿ ਤੂੰ 5 ਸਾਲ ਕੰਮ ਕੀ ਕੀਤਾ ਹੈ। ਹੁਣ ਜਿਹੜੇ ਇੱਥੇ ਕਾਬਜ਼ ਬੰਦੇ ਨੇ ਉਹਨਾਂ ਨੂੰ ਪਤਾ ਕਿ 17 ਸਾਲ 12 ਸਾਲ ਇਲੈਕਸ਼ਨਸ ਤਾਂ ਹੋਣੀ ਨਹੀਂ ਹੈਗੀ, ਤੁਸੀਂ ਜੋ ਮਰਜ਼ੀ ਕਰੀ ਚਲੋ। ਸੋ ਇਹਨਾਂ ਨੇ ਗੁਰੂ ਦੀ ਗੋਲਕ ਵੀ ਲੁੱਟ ਲਏ ਨੇ। ਪਹਿਲੇ ਸੀ ਕਿ ਗੁਰੂ ਦੀ ਗੋਲਕ ਜਿਹੜਾ ਗਰੀਬ ਦਾ ਮੂੰਹ ਹੈ, ਅੱਜ ਲੋਕ ਕਹਿੰਦੇ ਨੇ ਵੀ ਜਿਹੜੀ ਗੁਰੂ ਦੀ ਗੋਲਕ ਹੈ ਬਾਦਲ ਦਾ ਮੂੰਹ ਹੈਗਾ। ਸੋ ਜਿਹੜਾ ਪੈਸਾ ਜਿਹਦੇ ਨਾਲ ਪੰਥ ਦਾ ਪ੍ਰਚਾਰ ਹੋਣਾ ਸੀ, ਪ੍ਰਸਾਰ ਹੋਣਾ ਸੀ, ਉਹਦਾ ਜਿਹੜਾ ਇਹ ਬਾਦਲ ਦਲੀਏ ਸੈਂਟਰ ਗਵਰਨਮੈਂਟ ਨਾਲ ਮਿਲ ਕੇ ਮਿਸਯੂਜ਼ ਕਰ ਰਹੇ ਨੇ ਜੀ। ਸਰ ਮੈਂ ਹੁਣ ਨੈਕਸਟ ਜਿਹੜਾ ਆਪਣੀ ਵਿਉਂਤਬੰਦੀ ਕੀ ਹੋਏਗੀ ਐਜ਼ ਅ ਲਾਇਰ ਜਿਹੜਾ ਤੁਹਾਡਾ ਹੈਗਾ, ਉਹ ਅੱਗੇ ਕੀ ਤੁਸੀਂ ਸੁਜੈਸਟ ਕਰੋਗੇ ਜਾਂ ਕੀ ਤੁਹਾਡਾ ਐਫਰਟਸ ਹੋਣਗੇ ਪਾਰਟੀਆਂ ਨੂੰ ਜਾਂ ਤੁਹਾਡੇ ਆਪਣੇ ਪਰਸਨਲ ਲੈਵਲ ਤੇ ਕੀ ਹੋਣਗੇ ਜਿਹਦੇ ਨਾਲ ਕਿ ਇਲੈਕਸ਼ਨਸ ਜਿਹੜੀਆਂ ਉਹ ਹੋ ਸਕਣ? ਦੇਖੋ, ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੈਕੰਡ ਲਾਰਜੈਸਟ ਪਾਰਟੀ ਹੈ। ਅਸੀਂ ਕੰਪੇਨ ਡੈਮੋਕ੍ਰੈਟਿਕ ਢੰਗ ਨਾਲ ਵੀ ਸ਼ੁਰੂ ਕਰਾਂਗੇ। ਅਸੀਂ ਪਲਾਨ ਕਰ ਰਹੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਵੱਡੀ ਰਿਟ ਪਟੀਸ਼ਨ ਮੂਵ ਕਰਕੇ ਜਿਹੜਾ ਵਾ ਇਹ ਸਾਰਾ ਧਿਆਨ 'ਚ ਲੈ ਕੇ ਆਈਏ ਕਿ ਜੇ ਤੁਸੀਂ ਤਾਮਿਲਨਾਡੂ ਦੇ ਵਿੱਚ ਇਲੈਕਸ਼ਨਸ ਕਰ ਸਕਦੇ ਹੋ, ਪੰਜਾਬ 'ਚ ਕਿਉਂ ਨਹੀਂ ਕਰ ਰਹੇ, ਹੈ ਨਾ। ਸੋ ਹਾਂਜੀ, ਬਿਲਕੁਲ ਬਿਲਕੁਲ ਜੀ। ਇਹ ਜਲਦੀ ਮਤਲਬ ਪਾਰਟੀ ਮੀਟਿੰਗ ਕਰਕੇ ਇਹਨਾਂ ਨਾਲ ਡਿਸਕਸ ਕਰਕੇ ਆਪਾਂ ਨੂੰ ਮੂਵ ਕਰਾਂਗੇ ਜੀ। ਸੋ ਇਹ ਸਨ ਐਡਵੋਕੇਟ ਸਿਮਰਨਜੀਤ ਸਿੰਘ ਜਿਨ੍ਹਾਂ ਨੇ ਕਿ ਦੱਸਿਆ ਹੈ ਕਿ ਜਮਹੂਰੀਅਤ ਦਾ ਘਾਣ ਕਿਵੇਂ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਤਾਮਿਲਨਾਡੂ ਦੇ ਵਿੱਚ ਜਿਹੜਾ VOTING ਨੂੰ ਜਮਹੂਰੀਅਤ ਨੂੰ ਬਹਾਲ ਕਰਨ ਦੀ ਗੱਲ ਕੀਤੀ ਹੈ, ਉਸ ਤਰ੍ਹਾਂ ਪੰਜਾਬ ਵਿੱਚ ਵੀ ਕਰਨ ਦੀ ਉਹਨਾਂ ਨੇ ਗੱਲ ਕਹੀ ਹੈ। ਐਜ਼ ਐਡਵੋਕੇਟ ਉਹਨਾਂ ਨੇ ਕਿਹਾ ਹੈ ਕਿ ਸਰਕਾਰਾਂ ਨੂੰ ਜਾਂ ਆਪਣੇ ਤੌਰ ਤੇ ਜਿਹੜਾ ਇੱਕ ਗਠਨ ਕੀਤਾ ਜਾਵੇਗਾ ਜਿਹੜੀ ਕਮੇਟੀ ਦਾ, ਔਰ ਇਹ ਕਮੇਟੀ ਜਿਹੜੀ ਹੈ ਅੱਗੇ ਕੋਰਟ ਨੂੰ ਜਾ ਕੇ ਇਹ ਕਹੇਗੀ ਕਿ ਜਮਹੂਰੀਅਤ ਬਹਾਲ ਕਰਨ ਵਾਸਤੇ SGPC ਦੀਆਂ ਚੋਣਾਂ ਕਰਵਾਈਆਂ ਜਾਣ। ਔਰ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਇੰਨੇ ਸਾਲਾਂ ਦੇ ਵਿੱਚ SGPC ਵੱਲੋਂ ਬਾਦਲ ਪਰਿਵਾਰ ਨੂੰ ਨਜਾਇਜ਼ ਤੌਰ ਤੇ ਵੱਡੇ ਫਾਇਦੇ ਦਿੱਤੇ ਗਏ ਹਨ, ਜੋ ਕਿ ਜਮਹੂਰੀਅਤ ਬਹਾਲ ਹੋਣ ਤੇ ਬਾਅਦ ਹੀ ਜਿਹੜੇ ਹਨ ਬੰਦ ਹੋ ਸਕਦੇ ਹਨ। ਵੇਖਣਾ ਇਹ ਹੋਵੇਗਾ ਕਿ ਵਾਕਈ 'ਚ ਹੀ ਕੋਰਟ ਜਿਹੜਾ ਹੈ ਆਪਣਾ ਰੋਲ ਕਿਸ ਤਰ੍ਹਾਂ ਅਦਾ ਕਰਦੀ ਹੈ ਤੇ ਇਹਨਾਂ ਦੀ ਜਿਹੜਾ ਗਠਨ ਹੈ ਕਮੇਟੀ ਦਾ, ਉਹ ਜਾ ਕੇ ਅੱਗੇ ਕੀ ਅਸਰ ਪਾਉਂਦਾ ਹੈ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਪੰਜਾਬ ਕੇ ਟੀਵੀ ਲਈ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।